कि ਜਿਹੜੇ ਵੀ ਟੈਂਪਰੇਰੀ ਵਰਕ ਪਰਮਿਟ ਦੇ ਉੱਤੇ ਲੋਕ ਇੱਥੇ ਕੈਨੇਡਾ ਆਉਣਗੇ ਉਹਨਾਂ ਦੇ ਸਪਾਊਜ਼ਸ, ਉਹਨਾਂ ਦੀ ਪਤੀ ਜਾਂ ਪਤਨੀ ਜਾਂ ਉਹਨਾਂ ਦਾ ਵਰਕਿੰਗ ਏਜ ਦਾ ਕੋਈ ਬੱਚਾ ਜਿਹੜੇ ਇੱਥੇ ਕੰਮ ਕਰ ਸਕਣਗੇ ਉਹਨਾਂ ਨੂੰ ਵੀ 2 ਸਾਲ ਲਈ ਪਰਮਿਟ ਦਿੱਤਾ ਜਾਏਗਾ। ਤੇ ਜਦੋਂ 2 ਲੱਖ ਤੱਕ ਪਹੁੰਚ ਗਈ ਗਿਣਤੀ ਤਾਂ ਬੰਦ ਕਰ ਦੇਣਗੇ? ਨਾ ਨਾ ਨਾ, ਇਹਨਾਂ ਨੇ ਇੱਕ ਐਸਟੀਮੇਟਡ ਅਮਾਊਂਟ ਦਿੱਤੀ ਹੈ ਕਿ ਜਿਸ ਹਿਸਾਬ ਨਾਲ ਇਹਨਾਂ ਕੋਲ ਇਸ ਵੇਲੇ ਵਰਕਫੋਰਸ ਦਾ ਡਾਟਾ ਹੈਗਾ ਉਸ ਹਿਸਾਬ ਨਾਲ 2 ਲੱਖ ਬੰਦੇ ਨੇ ਐਸਟੀਮੇਟਡ ਹੈ, ਨਹੀਂ ਕੋਈ 2 ਲੱਖ ਦੀ ਕੈਪਿੰਗ ਨਹੀਂ ਹੈਗੀ। ਆਲਰੇਡੀ ਬੈਕਲੌਗ ਇੰਨੀ ਆ, ਜੇ ਫਰਜ਼ ਕਰੋ ਇੱਥੇ ਹੁਣ ਹਾਈ ਸਕਿਲਡ ਜਾਂ ਲੋ ਸਕਿਲਡ ਵਿਅਕਤੀ ਵੀ ਅਪਲਾਈ ਕਰਦਾ ਆਪਣੇ ਸਪਾਊਸ ਲਈ ਜਾਂ ਬੱਚਿਆਂ ਲਈ, ਫਿਰ ਸਮਾਂ ਕਿੰਨਾ ਕੁ ਲੱਗ ਜਾਏ ਕਿ ਫਿਰ ਇਸ ਤਰੀਕੇ ਨਾਲ ਉਹਨਾਂ ਦੀ ਲਾਈਨ ਕੱਟ ਕੇ ਇਹਨਾਂ ਨੂੰ ਮੂਹਰੇ ਲਾ ਦੇਣਗੇ। ਦੇਖੋ ਉਹ ਬੰਦੇ ਤੁਸੀਂ ਕਹਿੰਦੇ ਹੋ 12 ਲੱਖ ਬੰਦੇ ਦੀ ਐਪਲੀਕੇਸ਼ਨ ਪਈ ਆ, ਪ੍ਰੋਸੈਸ ਕਰਨੀ ਆ ਲੇਬਰ ਮਾਰਕੀਟ ਨੂੰ ਠੀਕ ਕਰਨ ਲਈ, ਉਹ ਫਿਰ ਇਹਨਾਂ ਦੀਆਂ ਐਪਲੀਕੇਸ਼ਨਸ ਬਾਈਪਾਸ ਕਰ ਦੇਣਗੇ ਉਹਨਾਂ ਨੂੰ। ਅਸੀਂ ਸਭ ਲੋਕ ਕਹਿੰਦੇ ਆ, ਤੁਸੀਂ ਵੀ ਕਹਿੰਦੇ ਹੋ, ਔਨ ਏਅਰ ਮੈਂ ਸੁਣਦਾ ਸਭ ਨੂੰ ਕਿ ਜੀ ਉਹ ਕਹਿੰਦੇ ਨੇ ਜੀ ਬਹੁਤ ਜ਼ਿਆਦਾ ਅਨਐਮਪਲੋਇਮੈਂਟ ਨਹੀਂ ਹੈਗੀ, ਅਨਐਮਪਲੋਇਮੈਂਟ ਰੇਟ ਬਹੁਤ ਘੱਟ ਹੈ, ਬਟ ਇੱਥੇ ਉਹ ਕੋਈ ਲੋਕ ਡਿਸਕਸ ਨਹੀਂ ਕਰਦਾ ਕਿ ਇੱਥੇ ਅੰਡਰ ਐਮਪਲੋਇਮੈਂਟ ਬਹੁਤ ਜ਼ਿਆਦਾ ਹੈ। ਤਾਂ ਅੰਡਰ ਐਮਪਲੋਇਮੈਂਟ ਨੂੰ ਬੇਸਿਕਲੀ ਮੈਨੂੰ ਲੱਗਦਾ ਹੈ ਹੁਣ ਦੇ ਵਿਲ ਬੀ ਐਡਰੈਸਿੰਗ ਇਟ, ਤਾਂ ਉਹ ਕੁਝ ਹੋਣਾ ਹੋਗਾ, ਉਹਦੇ ਬਾਰੇ ਕੁਝ ਹੋਊਗਾ ਹੁਣ ਸੈਕਿੰਡ ਫੇਜ਼ 'ਚ। ਗੱਲ ਨਹੀਂ ਮੇਰੇ ਸਮਝ ਆਉਂਦੀ ਵੀ ਇਹ ਜਿਹੜਾ 5 ਲੱਖ ਬੰਦਾ ਲੈ ਕੇ ਆਇਆ ਕਰਨਾ ਹਰ ਸਾਲ, ਇਹ 1.5 ਮਿਲੀਅਨ ਬੰਦਾ ਰੱਖਣਗੇ ਕਿੱਥੇ? ਇੱਥੇ ਇਹਦਾ ਇੰਤਜ਼ਾਮ ਬਹੁਤ ਮੁਸ਼ਕਿਲ ਹੋ ਜਾਏਗਾ। ਇਹ ਦੁਨੀਆ ਭਰ 'ਚ ਹੋਣਾ ਜਾਂ ਸਾਊਥ ਈਸਟ ਏਜ ਕਿੰਨਾ ਹਿੱਸਾ ਸਾਊਥ ਈਸਟ ਏਸ਼ੀਆ ਦਾ? ਇਨ ਦਾ ਲੌਂਗ ਰਨ ਔਰ ਚੇਂਜਸ ਲਿਆਉਣੇ ਪੈਣਗੇ ਅਗਰ ਹੈਲਥ ਸੈਕਟਰ ਦੀ ਇਹ ਪ੍ਰੋਬਲਮ ਜਿਹੜੀ ਹੈਗੀ ਉਹਨੂੰ ਸੋਲਵ ਕਰਨਾ ਹੈ। ਬਿਕੋਜ਼ ਅਗਰ 1.5 ਮਿਲੀਅਨ ਬੰਦਾ ਆਉਣਾ ਹੈ ਅਗਲੇ 3 ਸਾਲਾਂ ਵਿੱਚ ਤਾਂ ਉਹਨਾਂ ਨੂੰ ਹੈਲਥ ਦੀ ਪ੍ਰੋਬਲਮ ਤਾਂ ਹੈਗੀ ਹੈ, ਔਰ ਅੱਜ ਦੀ ਜਿਹੜੀ ਜੀ ਪ੍ਰੋਬਲਮ ਹੈ ਤਾਂ 3 ਸਾਲ ਬਾਅਦ ਕੀ ਹੋਗਾ ਵੀ ਆਲ ਕੈਨ ਇਮੈਜਿਨ। ਮਿਨਿਸਟਰ ਨੇ ਇੱਕ ਨਵਾਂ ਐਲਾਨ ਕੀਤਾ ਹੈ ਕਿ ਜਿਹੜੇ ਵੀ ਟੈਂਪਰੇਰੀ ਵਰਕ ਪਰਮਿਟ ਦੇ ਉੱਤੇ ਲੋਕ ਇੱਥੇ ਕੈਨੇਡਾ ਆਉਣਗੇ ਉਹਨਾਂ ਦੇ ਸਪਾਊਜ਼ਸ, ਉਹਨਾਂ ਦੀ ਪਤੀ ਜਾਂ ਪਤਨੀ ਜਾਂ ਉਹਨਾਂ ਦਾ ਵਰਕਿੰਗ ਏਜ ਦਾ ਕੋਈ ਬੱਚਾ ਜਿਹੜੇ ਇੱਥੇ ਕੰਮ ਕਰ ਸਕਣਗੇ ਉਹਨਾਂ ਨੂੰ ਵੀ 2 ਸਾਲ ਲਈ ਪਰਮਿਟ ਦਿੱਤਾ ਜਾਏਗਾ ਤਾਂ ਕਿ ਇੱਥੇ ਲੇਬਰ ਸ਼ਾਰਟੇਜ ਜਿਹੜੀ ਆ ਉਹ ਖ਼ਤਮ ਕੀਤੀ ਜਾ ਸਕੇ। ਨਤੀਜੇ ਦੇ ਤੌਰ 'ਤੇ 2 ਲੱਖ ਹੋਰ ਨਵੇਂ ਵਰਕਰਸ ਸਾਡੀ ਇੱਥੇ ਲੇਬਰ ਮਾਰਕੀਟ 'ਚ ਉਹ ਲੈ ਕੇ ਆਉਣਾ ਚਾਹੁੰਦੇ ਨੇ। ਸੋ ਇਸ ਕਿਸਮ ਦੀ ਗੱਲਬਾਤ ਇਹਨਾਂ ਨੇ ਚੱਲਣੀ ਹੈ, ਪਰ ਇਹਦੇ ਨਾਲ ਕਈ ਹੋਰ ਸਵਾਲ ਪੈਦਾ ਹੋ ਗਏ ਨੇ। ਕੌਣ ਲੋਕ ਕੁਆਲੀਫਾਈ ਕਰਦੇ ਨੇ, ਕਿੰਨੀ ਦੇਰ ਤੱਕ ਉਹ ਆਉਣਗੇ, ਕੀ ਉਹਨਾਂ ਦੇ ਨਾਲ ਆ ਸਕਣਗੇ? ਮੈਂ ਦੱਸਦਾ ਨਿਤਨ ਚੱਡਾ ਜੀ ਰੈਗੂਲੇਟਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਹਨ ਔਰ ਇਹਨਾਂ ਦਾ ਬਿਜ਼ਨਸ ਹੈ ਕਨੈਕਟ ਟੂ ਫਲਾਈ ਇਮੀਗ੍ਰੇਸ਼ਨ ਸਰਵਿਸਿਜ਼ ਲਿਮਿਟਿਡ, ਅਤੇ ਉਹ ਲੰਬੇ ਸਮੇਂ ਤੋਂ ਤਕਰੀਬਨ 20 ਸਾਲ ਤੋਂ ਇਸ ਤਰ੍ਹਾਂ ਦਾ ਕੰਮ ਕਰ ਰਹੇ ਨੇ ਅਤੇ ਤਜਰਬੇਕਾਰ ਵਿਅਕਤੀ ਨੇ। ਨਿਤਨ ਚੱਡਾ ਜੀ, ਜੀ ਆਇਆਂ ਨੂੰ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਸਵਾਗਤ ਹੈ, ਤੁਹਾਡੇ ਸ਼ਰੋਤਿਆਂ ਨੂੰ ਵੀ ਬਹੁਤ ਧੰਨਵਾਦ ਹੈ, ਤੁਹਾਨੂੰ ਬਹੁਤ ਧੰਨਵਾਦ। ਅੱਜ ਚੰਗਾ ਲੱਗ ਰਿਹਾ ਬਹੁਤ ਆ ਕੇ ਔਨ ਏਅਰ, ਐਂਡ ਦੈਨ ਇਸ ਪ੍ਰੋਗਰਾਮ ਦੇ ਬਾਰੇ ਗੱਲ ਕਰਾਂਗੇ। ਅਤੇ ਬੇਸਿਕਲੀ ਕੀ ਹੈ ਨਾ ਕਿ ਆਪਣਾ ਕਾਮਿਆਂ ਦੀ ਬਹੁਤ ਘਾਟ ਹੈਗੀ ਹੈ, ਅਤੇ ਉਹਨਾਂ ਨੂੰ ਪੂਰਾ ਕਰਨ ਵਾਸਤੇ ਦੇ ਵਾਂਟਡ ਕੁਛ ਨਾ ਕੁਛ ਪ੍ਰੋਗਰਾਮ ਆਉਣ, ਅਤੇ ਇਹ ਪ੍ਰੋਗਰਾਮ ਲਾਇਆ ਗਿਆ ਹੈ ਸ਼ੌਨ ਫਰੇਜ਼ਰ ਜੀ ਵੱਲੋਂ 2 ਦਸੰਬਰ ਨੂੰ ਇਹਦਾ ਐਲਾਨ ਕੀਤਾ ਗਿਆ ਸੀਗਾ। ਅਤੇ ਇਹਦੇ ਵਾਸਤੇ ਸਮਝਣ ਵਾਸਤੇ ਸਾਨੂੰ ਕੀ ਹੈ ਕਿ ਇਹਨਾਂ ਨੇ ਜੋ ਪ੍ਰੋਗਰਾਮ ਹੈਗਾ ਇਹਨੂੰ 3 ਫੇਜ਼ਾਂ ਵਿੱਚ ਡਿਵਾਈਡ ਕੀਤਾ ਐਂਡ ਦੇ ਵਿਲ ਬੀ ਇੰਪਲੀਮੈਂਟਿੰਗ ਇਟ ਇਨ ਨੈਕਸਟ ਈਅਰ। ਤਾਂ ਜਨਵਰੀ ਤੋਂ ਦੇ ਵਿਲ ਬੀ ਇੰਪਲੀਮੈਂਟਿੰਗ ਇਟ। ਤਾਂ ਉਹਦੇ ਅੰਦਰ ਕੀ ਹੈ, ਜਿਵੇਂ ਪਹਿਲੇ ਨੌਕ ਹੁੰਦੀ ਸੀ, ਹੁਣ ਅੱਜ ਕੱਲ੍ਹ ਟੀਅਰ ਕੋਡ ਹੋ ਗਈ ਹੈ, ਇੱਕ ਇਹ ਵੀ ਤਬਦੀਲੀ ਆਈ ਹੈ ਨਵੰਬਰ 16 ਤੋਂ। ਤਾਂ ਉਹਦੇ ਅੰਦਰ ਜਿਹੜੀ ਲੋ ਸਕਿਲਡ ਜੌਬਸ ਹੁੰਦੀਆਂ ਸੀਗੀਆਂ, ਉਹ ਜੌਬਸ ਨੂੰ ਪਹਿਲੇ ਦੇ ਵਰ ਨਾਟ ਐਲੀਜੀਬਲ ਟੂ ਕਾਲ ਦੇਅਰ ਫੈਮਿਲੀਜ਼, ਤਾਂ ਉਹ ਫੈਮਿਲੀਜ਼ ਨੂੰ ਕਾਲ ਨਹੀਂ ਕਰ ਸਕਦੀਆਂ ਸੀ। ਜਿਵੇਂ ਐਗਜ਼ਾਮਪਲ ਦੇ ਤੌਰ 'ਤੇ ਕਿਚਨ ਹੈਲਪਰ ਹੋ ਗਿਆ ਜਾਂ ਫਾਰਮ ਵਰਕਰਸ ਹੋ ਗਏ, ਉਹ ਆਪਣੀ ਫੈਮਿਲੀਜ਼ ਨੂੰ ਕਾਲ ਨਹੀਂ ਕਰ ਸਕਦੇ ਸੀ ਕਿ ਉਹ ਖੁਦ ਆਉਂਦੇ ਸੀਗੇ, ਇੱਥੇ ਕੰਮ ਕਰਦੇ ਸੀ ਸ਼ਾਰਟ ਟਰਮ ਵਾਸਤੇ ਚਲੇ ਜਾਂਦੇ ਸੀ। ਓਨਲੀ ਸਕਿਲਡ ਲੇਬਰ ਜੋ ਨੌਕ OAB ਪਹਿਲੇ ਸੀਗਾ, ਅੱਜ ਕੱਲ੍ਹ ਟੀਅਰ 0, 1, 2, 3 ਹੈ, ਉਹ ਵਾਲੇ ਜਿਹੜੇ EMPLOYEE ਸੀਗੇ ਉਹਨਾਂ ਨੂੰ ਹੀ ਬੇਸਿਕਲੀ ਐਲੀਜੀਬਿਲਿਟੀ ਸੀਗੀ ਆਪਣੀ ਫੈਮਿਲੀ ਨੂੰ ਬੁਲਾਉਣ ਦੀ। ਹੁਣ ਇਹਨਾਂ ਨੇ ਉਸ ਦਾਇਰੇ ਨੂੰ ਵਧਾਤਾ ਅਤੇ ਹੁਣ ਉਹ ਕਹਿੰਦੇ ਨੇ ਜਿਹੜੇ 4 ਜਾਂ 5 ਟੀਅਰ 'ਤੇ ਬੈਠੇ ਨੇ, ਜਿਹੜੇ ਲੋ ਸਕਿਲਡ ਜੌਬਸ ਵਾਲੇ ਬੰਦੇ ਨੇ, ਉਹ ਵੀ ਆਪਣੀ ਫੈਮਿਲੀ ਨੂੰ ਬੁਲਾ ਸਕਣਗੇ, ਸਪਾਊਸਿਸ ਨੂੰ ਬੁਲਾ ਸਕਣਗੇ, ਆਪਣੇ ਬੱਚੇ ਨੂੰ ਜਿਹੜੇ 22 ਸਾਲ ਤੋਂ ਘੱਟ ਨੇ, ਡਿਪੈਂਡੈਂਟ ਨੇ ਉਹਨਾਂ 'ਤੇ, ਉਹਨਾਂ ਨੂੰ ਉਹ ਬੁਲਾ ਸਕਣਗੇ ਅੰਡਰ ਵਰਕ ਪਰਮਿਟ। ਹੁਣੇ ਸ਼ੁਰੂਆਤ ਵਾਸਤੇ ਪ੍ਰੋਗਰਾਮ ਰੱਖਿਆ ਉਹਨਾਂ ਨੇ 2 ਸਾਲ ਵਾਸਤੇ, ਅਤੇ ਵੀ ਆਰ ਹੋਪਿੰਗ ਕਿ ਜਿਸ ਹਿਸਾਬ ਨਾਲ ਕਾਮਿਆਂ ਦੀ ਘੱਟ ਹੈਗੀ ਹੈ, ਮੇ ਬੀ ਇਨਕਰੀਜ਼ ਵੀ ਹੁੰਦਾ ਰਹੇਗਾ। ਅਤੇ ਇਹ ਹੁਣੇ ਇਹਨਾਂ ਨੇ ਇਹਨੂੰ ਐਲਾਨ ਕੀਤਾ ਕਿ ਦੇ ਵਿਲ ਬੀ ਡੂਇੰਗ ਇਟ ਇਨ 3 ਫੇਜ਼ਿਸ। ਪਹਿਲੀ ਫੇਜ਼ ਇਜ਼ ਫਰੋਮ ਜਨਵਰੀ 1, ਹਾਈ ਸਕਿਲ ਜੌਬ, ਬੇਸਿਕਲੀ ਹਾਈ ਵੇਜ ਜੌਬਸ ਨੂੰ ਇਹ ਅਲਾਉ ਕਰਨਗੇ। ਹੁਣ ਹਾਈ ਵੇਜ ਨੂੰ ਸਮਝਣ ਵਾਸਤੇ ਵੈਸੇ ਤਾਂ ਬਹੁਤ ਵੱਡੀ ਟੈਕਨੀਕੈਲਿਟੀ ਹੈ, ਬਟ ਸਿੰਪਲ ਵਰਡਸ ਵਿੱਚ ਇੱਕ ਆਪਣੀ ਜਨਰਲ ਭਾਸ਼ਾ ਸਮਝਾ ਦਾਂ ਕਿ ਨਾ ਹਰ ਪ੍ਰੋਵਿੰਸ ਦਾ ਆਪਣਾ ਇੱਕ ਇਹਨਾਂ ਨੇ ਮੀਡੀਅਨ ਵੇਜ ਦਿੱਤੀ ਹੋਈ ਹੈ। ਮੀਡੀਅਨ ਵੇਜ ਇਜ਼ ਬੇਸਿਕਲੀ ਅ ਵੇਜ ਫਿਕਸਡ ਬਾਈ ਐਵਰੀ ਪ੍ਰੋਵਿੰਸ, ਜਿੱਥੇ ਉਹ ਕਹਿੰਦੇ ਨੇ ਜੀ ਨਾ ਇਹ ਘੱਟ ਹੈ ਨਾ ਵੱਧ ਹੈ, ਮੀਡੀਅਨ ਐਵਰੇਜ ਵੇਜ ਹੈਗੀ। ਅਗਰ ਤੇ ਤੁਹਾਡੀ ਜੌਬ ਉਸ ਐਵਰੇਜ ਵੇਜ ਤੋਂ ਉੱਪਰ ਦੀ ਹੈਗੀ ਪਰ ਆਰ, ਤੇ ਯੂ ਆਰ ਅ ਹਾਈ ਵੇਜ EMPLOYEE। ਅਗਰ ਤੁਸੀਂ ਹਾਈ ਵੇਜ EMPLOYEE ਹੋ ਤੇ ਫਸਟ ਫੇਜ਼ ਇਜ਼ ਉਹ ਬੁਲਾ ਸਕਣਗੇ
ਕਿੰਨਾ ਅਮਾਉਂਟ ਆ ਹਾਈ ਵੇਜ ਦਾ? ਜਿਵੇਂ ਐਗਜ਼ਾਮਪਲ ਮੈਂ ਤੁਹਾਨੂੰ ਦੇ ਦੇਣਾ BC ਦਾ, ਤੇ BC ਦਾ ਮੀਡੀਅਨ ਵੇਜ ਹੈਗੀ $26.44 ਪਰ ਆਰ, ਯਾਨੀ ਜਿਹੜੇ $26.44 ਤੋਂ ਉੱਪਰ ਦੇ ਬੰਦੇ ਹੈਗੇ ਨੇ ਪਰ ਆਰ ਕਮਾਉਣ ਵਾਲੇ, ਉਹ ਕਰ ਸਕਦੇ ਆ, ਉਹ 1 ਜਨਵਰੀ ਤੋਂ ਕਰ ਸਕਦੇ ਨੇ ਫਸਟ ਫੇਜ਼ ਵਿੱਚ, ਜਿਨ੍ਹਾਂ ਦੀ $26 ਤੋਂ ਉੱਪਰ ਤਨਖਾਹ, $26.44 ਪਰ ਆਰ ਤੋਂ ਜ਼ਿਆਦਾ ਹੈਗੀ। ਫਿਰ ਧੀਰੇ ਧੀਰੇ ਉਹਨਾਂ ਨੇ ਸੈਕਿੰਡ ਫੇਜ਼ ਵਿੱਚ ਉਹਨਾਂ ਨੇ ਲੋ ਵੇਜ ਵਾਲੇ ਵੀ ਲਿਆਣੇ ਨੇ। ਲੋ ਵੇਜ ਮੀਨ ਜਿਨ੍ਹਾਂ ਦੀ ਇਸ ਤੋਂ ਘੱਟ ਹੈਗੀ ਹੈ ਉਹ ਵੀ ਕਰ ਪਾਣਗੇ। ਉਹਨਾਂ ਨੇ ਟਾਈਮ ਲਾਈਨ ਉਹਨਾਂ ਨੇ ਦਿੱਤਾ ਨੀਗਾ, ਉਹਨੇ ਦੱਸਣਗੇ ਕਿ ਸੈਕਿੰਡ ਫੇਜ਼ ਸ਼ੁਰੂ ਕਦੋਂ ਹੋਣਾ ਹੈ। ਫਿਰ ਆਊਗਾ ਲਾਸਟ ਥਰਡ ਫੇਜ਼, ਜਿਹੜੇ ਹੈਗੇ ਨੇ ਫਾਰਮਰਸ, ਜਿਹੜੇ ਆਪਣੇ ਪੰਜਾਬ ਤੋਂ ਬਹੁਤ ਫਾਰਮਿੰਗ ਤੇ ਸੀਜ਼ਨਲ ਵਰਕਰ ਵੀ ਆਉਂਦੇ ਨੇ, ਇਹਨਾਂ ਨੇ ਉਹਨਾਂ ਨੂੰ ਵੀ ਇਹਦੇ 'ਚ ਪਾਤਾ। ਮਤਲਬ ਦੈਟ ਇਜ਼ ਐਕਚੁਅਲੀ ਬਹੁਤ ਵੱਡੀ ਗੱਲ ਹੈ, ਬਿਕੋਜ਼ ਇੱਕ ਸੀਜ਼ਨਲ ਵਰਕਰ 8 ਮਹੀਨੇ ਵਾਸਤੇ, ਸਾਲ ਵਾਸਤੇ ਇੱਥੇ ਆ ਰਿਹਾ, ਉਹ ਆਪਣੀ ਫੈਮਿਲੀ ਨੂੰ ਵੀ ਨਾਲ ਲੈ ਕੇ ਆਏਗਾ। ਅਸੀਂ ਮੈਕਸੀਕੋ ਤੋਂ ਵੀ ਆਉਂਦੇ ਨੇ, ਮੈਕਸੀਕੋ ਤੋਂ ਵੀ ਆਉਂਦੇ ਨੇ, ਬੇਸਿਕਲੀ ਕਿੱਥੋਂ ਵੀ, ਮਤਲਬ ਮੇਰਾ ਕਹਿਣ ਦਾ ਮਤਲਬ ਅਸੀਂ ਗੱਲ ਕਰਦੇ ਪਏ ਤਾਂ ਮੈਂ ਪੰਜਾਬ ਦੀ ਗੱਲ ਪਹਿਲੇ ਕਰ ਲਈ। ਯੈਸ, ਜਿੱਥੋਂ ਵੀ ਆਉਂਦੇ ਨੇ ਦੇ ਕੈਨ ਬ੍ਰਿੰਗ, ਬੇਸਿਕਲੀ ਸੀਜ਼ਨਲ ਵਰਕਰ ਵੀ ਲਿਆ ਸਕਦੇ ਨੇ ਆਪਣੇ ਨੂੰ। ਤਾਂ ਉਹ 3 ਫੇਜ਼ ਟੋਟਲ ਇਹਨਾਂ ਨੇ। ਅੱਛਾ, ਕਿਹਨੂੰ ਲੈ ਕੇ ਆ ਸਕਦੇ ਨੇ? ਉਹ ਆਪਣੇ ਹਸਬੈਂਡ ਵਾਈਫ ਨੂੰ ਲੈ ਕੇ ਆ ਸਕਦੇ ਨੇ, ਬੱਚੇ ਨੂੰ ਲੈ ਕੇ ਆ ਸਕਦੇ ਨੇ? ਬੱਚੇ ਅੰਡਰ ਦ ਏਜ ਆਫ 22 yeah 22 is considered as a dependent। ਉਹਦੇ ਬਾਅਦ ਡਿਪੈਂਡੈਂਟ ਨਹੀਂ, 18 ਤੋਂ ਉੱਪਰ ਨੇ ਜਿਹੜੇ ਕੰਮ ਕਰ ਸਕਦੇ, ਜਿਹੜੇ ਕੰਮ ਕਰ ਸਕਦੇ ਨੇ, ਅਦਰਵਾਈਜ਼ ਸਟੱਡੀ ਵੀਜ਼ਾ ਤੇ ਆਣਗੇ। ਉਹ ਬੇਸਿਕਲੀ ਦੇ ਕੈਨ ਕਾਲ ਕਰ ਸਕਦੇ ਨੇ। ਆਪਣੇ ਕੀ ਹੈ ਕਿ ਮਾਂ ਪਿਓ ਨੂੰ ਵੀ ਲੈ ਕੇ ਆ ਸਕਦੇ? ਨਹੀਂ, ਮਾਂ ਪਿਓ ਨੂੰ ਨਹੀਂ ਲੈ ਕੇ ਆ ਸਕਦੇ। ਜਿਹਦੇ ਸਪਾਊਸ ਹੈਗੇ, ਮਾਂ ਪਿਓ ਨੂੰ ਨਹੀਂ ਲੈ ਕੇ ਆ ਸਕਦੇ। ਸਪਾਊਸ ਤੇ ਬੱਚੇ ਡਿਪੈਂਡੈਂਟ ਬੱਚੇ, ਤੇ ਸਪਾਊਸ ਬੱਚੇ ਵੀ ਡਿਪੈਂਡੈਂਟ ਬੱਚੇ। ਇੱਥੇ ਥੋੜਾ ਜਿਹਾ ਕਰਨਾ ਪੈਂਦਾ ਡਿਪੈਂਡੈਂਟ। ਜਦੋਂ 2 ਲੱਖ ਤੱਕ ਪਹੁੰਚ ਗਈ ਗਿਣਤੀ ਤਾਂ ਬੰਦ ਕਰ ਦੇਣਗੇ ਫਿਰ? ਨਾ, ਇਹਨਾਂ ਨੇ ਇੱਕ ਐਸਟੀਮੇਟਡ ਅਮਾਊਂਟ ਦਿੱਤੀ ਹੈ ਕਿ ਜਿਸ ਹਿਸਾਬ ਨਾਲ ਇਹਨਾਂ ਕੋਲ ਇਸ ਵੇਲੇ ਵਰਕਫੋਰਸ ਦਾ ਡਾਟਾ ਹੈਗਾ, ਉਸ ਹਿਸਾਬ ਨਾਲ 2 ਲੱਖ ਬੰਦੇ ਨੇ ਐਸਟੀਮੇਟਡ ਹੈ। ਨਹੀਂ ਕੋਈ 2 ਲੱਖ ਦੀ ਕੈਪਿੰਗ ਨਹੀਂ ਹੈਗੀ, ਬਟ ਦੇ ਆਰ ਐਕਚੁਅਲੀ ਐਸਟੀਮੇਟਿੰਗ ਕਿ 2 ਲੱਖ ਬੰਦੇ ਇਹਦੇ 'ਚ ਫਾਇਦੇਮੰਦ, ਸਾਡੀ ਲੇਬਰ ਮਾਰਕੀਟ ਨੂੰ 2 ਲੱਖ ਨਵੇਂ ਕਾਮੇ ਮਿਲਣਗੇ। ਉਹਨਾਂ ਦਾ ਇੱਕ ਐਸਟੀਮੇਸ਼ਨ ਹੈਗਾ। ਨਿਤਿਨ ਚੱਡਾ ਜੀ, ਹੁਣ ਤੁਸੀਂ ਭਲੀ ਭਾਂਤ ਜਾਣਦੇ ਹੋ, ਤਜਰਬੇਕਾਰ, ਤੁਸੀਂ ਕੰਸਲਟੈਂਟ ਹੋ, ਆਲਰੇਡੀ ਬੈਕਲੌਗ ਇੰਨੀ ਆ। ਜੇ ਫਰਜ਼ ਕਰੋ ਇੱਥੇ ਹੁਣ ਹਾਈ ਸਕਿੱਲਡ ਜਾਂ ਲੋ ਸਕਿੱਲਡ ਵਿਅਕਤੀ ਵੀ ਅਪਲਾਈ ਕਰਦਾ ਆਪਣੇ ਸਪਾਊਸ ਲਈ ਜਾਂ ਬੱਚਿਆਂ ਲਈ, ਫਿਰ ਸਮਾਂ ਕਿੰਨਾ ਕੁ ਲੱਗ ਜਾਏਗਾ? ਨਹੀਂ, ਅਗਰ ਮੈਂ ਤੁਹਾਨੂੰ ਕਹਾਂ ਨਾ, ਪਿਛਲੇ 2-3 ਮਹੀਨੇ ਅੰਦਰ ਬੜਾ ਫਾਸਟ ਹੋਇਆ ਸਪਾਊਸਲ ਵਰਕ ਪਰਮਿਟ। ਤੁਸੀਂ ਜਗ੍ਹਾ ਨਾ ਮਾਰਕੀਟ 'ਚ ਵੀ ਪਤਾ ਕਰੋਗੇ, ਲੋਕਾਂ ਨੂੰ ਪਤਾ ਕਰੋਗੇ, ਜੋ ਆਪਣਾ ਪ੍ਰੋਸੈਸਿੰਗ ਟਾਈਮ ਸੀਗਾ ਪਹਿਲੇ 6-7-8 ਮਹੀਨੇ ਲੱਗ ਰਹੇ ਸੀਗੇ ਸਪਾਊਸਲ ਵੀਜ਼ਾ ਨੂੰ, ਹੁਣ ਅੱਜ ਕੱਲ੍ਹ ਉਹ ਮਹੀਨੇ ਅੰਦਰ ਵੀ ਆ ਰਹੇ ਆ। ਬਟ ਵੀ ਹੈਵ ਇੰਸਟੈਂਸਿਸ ਨੇ 15 ਦਿਨ 'ਚ ਵੀ ਆ ਗਿਆ। ਤੋ ਦੇ ਹੈਵ ਐਕਚੁਅਲੀ ਸਟਾਰਟਿਡ ਫਸਟ। ਇਹ ਮੈਨੂੰ ਬਹੁਤ ਚੰਗਾ ਲੱਗਿਆ ਸਾਨੂੰ ਇਸ ਵਾਰੀ ਕਿ ਦੇ ਹੈਵ ਸਟਾਰਟਿਡ ਫਸਟ ਆਪਣਾ ਸਿਸਟਮ ਨੂੰ ਠੀਕ ਕਰਨਾ, ਦੈਨ ਇਹਨਾਂ ਨੇ ਐਲਾਨ ਕੀਤਾ। ਅਦਰਵਾਈਜ਼ ਪਹਿਲੇ ਐਲਾਨ ਹੋ ਜਾਂਦਾ ਤੇ ਉਹ ਸਿਸਟਮ ਉੱਥੇ ਫਿਰ ਬ੍ਰੇਕ ਲੱਗ ਜਾਂਦੀ ਹੈ। ਤੇ ਉਹ ਮਤਲਬ ਇਸ ਵੇਲੇ ਲੱਗਦਾ ਹੈ ਕਿ ਫਨਲ ਵਿੱਚ ਐਂਡ ਸਾਨੂੰ ਜਿਹੜੀ ਉਹ ਰਾਤ ਦਿਖ ਰਹੀ ਹੈ ਉਹ ਪੂਰੀ ਦਿਖੇਗੀ। ਤੋ ਦੈਟ ਇਜ਼ ਵਾਟ ਦੇ ਆਰ ਡੂਇੰਗ ਇਟ। ਇਸ ਵੇਲੇ ਓਪਨ ਵਰਕ ਪਰਮਿਟ ਬੜੀ ਫਾਸਟ ਪ੍ਰੋਸੈਸਿੰਗ ਹੋ ਰਹੀ ਹੈ। ਤੇ ਇਹਦਾ ਐਕਚੁਅਲੀ ਐਲਾਨ ਕਰਨ ਦਾ ਫਾਇਦਾ ਤਦ ਹੀ ਹੈ ਜਦ ਅਗਰ ਇਹ ਦੇ ਪਾਣਗੇ, ਅਗਰ ਦੇ ਹੀ ਨਹੀਂ ਪਾਣਗੇ ਤਾਂ ਐਲਾਨ ਦਾ ਕੋਈ ਫਾਇਦਾ ਨਹੀਂ ਗਾ। ਅੱਛਾ, ਇੱਕ ਗੱਲ ਮੈਂ ਤੁਹਾਨੂੰ ਹੋਰ ਪੁੱਛਣੀ ਚਾਹੁੰਦਾ ਵੀ ਇਸ ਪ੍ਰੋਗਰਾਮ ਦੇ ਵਿੱਚ ਜਿਹਨੂੰ ਇੱਕ ਪਾਸੇ ਰੱਖੀਏ, ਬਾਕੀ ਜਿਹੜਾ ਕਹਿੰਦੇ ਸੀ ਵੀ ਮਿਲੀਅਨ ਦੇ ਕਰੀਬ ਜਿਹੜੇ ਲੋਕ ਨੇ ਉਹ ਬੈਕਲੌਗ 'ਚ ਫਸੇ ਹੋਏ ਨੇ, ਉਹਨੂੰ ਕਲੀਅਰ ਕਰਨ ਲਈ ਉਹਨਾਂ ਨੇ 1200 ਇੰਪਲੋਈ ਮਿਨਿਸਟਰ ਇੱਥੇ ਆ ਕੇ ਕਹਿ ਕੇ ਗਏ ਸੀ ਸਾਡੀ ਪੰਜਾਬੀ ਪ੍ਰੈਸ ਕਲੱਬ ਦੇ ਵਿੱਚ ਕਿ ਅਸੀਂ ਉਹ ਰੱਖੇ ਨੇ, ਟ੍ਰੇਨਿੰਗ ਦੇ ਰਹੇ ਹਾਂ। ਉਹ ਕਦੋਂ ਚਾਲੂ ਹੋਣੇ ਆ? ਉਹਦੇ 'ਚ ਵੀ ਘਟ ਰਹੀ ਹੈ ਬਟ ਬਹੁਤ ਨਹੀਂ, ਪੇਸ ਜ਼ਿਆਦਾ ਨਹੀਂ ਹੈਗੀ, ਬਟ ਯੈਸ ਹੋ ਰਿਹਾ। ਉਹ ਵੀ ਅਗਰ ਤੁਸੀਂ ਸਰਪ੍ਰਾਈਜ਼ ਹੋਗੇ ਕਿ ਇਸ ਵੇਲੇ 2.4 ਮਿਲੀਅਨ ਟੋਟਲ ਆਪਣੀ ਇਨਵੈਂਟਰੀ ਹੈਗੀ ਹੈ, ਉਹਦੇ 'ਚੋਂ 50% ਇਜ਼ ਅਬਾਊਟ ਅ ਬੈਕਲੌਗ ਓਨਲੀ 1.2 ਮਿਲੀਅਨ ਦਾ। ਅਗਰ ਮੈਂ ਡਾਟਾ ਦੇਵਾਂ ਪਰਮਾਨੈਂਟ ਰੈਜ਼ੀਡੈਂਸੀ ਦਾ ਹੀ, ਤਾਂ 6 ਲੱਖ ਫਾਈਲਾਂ ਲੱਗੀਆਂ ਹੋਈਆਂ ਨੇ ਡਾਟਾ ਉਹਦੀ ਆਪਣਾ ਪਰਮਾਨੈਂਟ ਰੈਜ਼ੀਡੈਂਸੀ ਦੀਆਂ ਅਲੱਗ-ਅਲੱਗ ਪ੍ਰੋਗਰਾਮ ਅੰਦਰ। ਉਹਦੇ 'ਚੋਂ 3 ਲੱਖ ਹੈਗੀਆਂ ਨੇ ਜਿਹੜੀਆਂ 6 ਮਹੀਨੇ ਦੇ ਅੰਦਰ ਨੇ, ਯਾਨੀ ਕਿ ਜਿਹੜੀ ਟਾਈਮ ਲਾਈਨ ਹੈਗੀ ਹੈ ਇਹਦੀ। ਬਾਕੀਆਂ ਟਾਈਮ ਲਾਈਨ ਤੋਂ ਉੱਪਰ ਨੇ। ਤਾਂ ਓਬਵੀਅਸਲੀ ਬਹੁਤ ਜ਼ਿਆਦਾ ਵਧੀਆ ਨਹੀਂ ਹੈ, ਬਟ ਦੈਨ ਦੇ ਆਰ ਪ੍ਰੋਸੈਸਿੰਗ ਦਿਸ ਵਰਕ ਪਰਮਿਟ ਵਨ ਵੈਰੀ ਫਾਸਟ ਬਿਕੋਜ਼ ਦੇ ਵਾਂਟ ਟੂ ਆਪਣਾ ਇਹ ਜੋ ਕਾਮਿਆਂ ਦੀ ਜੋ ਘਾਟ ਹੈਗੀ ਉਹਨੂੰ ਫਟਾਫਟ ਪੂਰਾ ਕਰਨਾ ਚਾਹੁੰਦੇ ਨੇ ਕਿ ਇਹ ਨਾ ਹੋਵੇ ਕਿ ਵੇਜ ਇਨਫਲੇਸ਼ਨ ਹੈ ਨਾ ਵੱਧ ਜਾਏ ਕਿ ਪਹਿਲੇ ਇਨਫਲੇਸ਼ਨ ਨਾਲ ਸਾਰੇ ਫਸੇ ਨੇ ਔਰ ਨਾ ਹੋ ਜਾਣ। ਅੱਛਾ, ਮੈਨੂੰ ਹੁਣ ਪੂਰਾ ਨਹੀਂ ਪਤਾ, ਤੁਹਾਨੂੰ ਜ਼ਿਆਦਾ ਪਤਾ ਹੋਣਾ ਕਿ ਫਿਰ ਇਸ ਤਰੀਕੇ ਨਾਲ ਉਹਨਾਂ ਦੀ ਲਾਈਨ ਕੱਟ ਕੇ ਇਹਨਾਂ ਨੂੰ ਮੂਹਰੇ ਲਾ ਦੇਣਗੇ। ਦੇਖੋ ਉਹ ਬੰਦੇ ਤੁਸੀਂ ਕਹਿੰਦੇ ਹੋ 12 ਲੱਖ ਬੰਦੇ ਦੀ ਐਪਲੀਕੇਸ਼ਨ ਪਈ ਆ, ਪ੍ਰੋਸੈਸ ਕਰਨੀ ਆ ਲੇਬਰ ਮਾਰਕੀਟ ਨੂੰ ਠੀਕ ਕਰਨ ਲਈ, ਉਹ ਫਿਰ ਇਹਨਾਂ ਦੀਆਂ ਐਪਲੀਕੇਸ਼ਨਸ ਬਾਈਪਾਸ ਕਰ ਦੇਣਗੇ ਉਹਨਾਂ ਨੂੰ? ਬਾਈਪਾਸ ਤੇ ਨਹੀਂ, ਮੇਰੇ ਹਿਸਾਬ ਨਾਲ ਜਿਹੜੇ ਨਵੇਂ ਇਹਨਾਂ ਨੇ ਬੰਦੇ ਨੇ ਉਹਨਾਂ ਨੇ ਕੁਝ ਬੰਦੇ ਇਸ ਪ੍ਰੋਗਰਾਮ ਨੂੰ ਇਹਨਾਂ ਨੂੰ ਆਲਰੇਡੀ ਕਰਨੇ ਪੈਣਗੇ ਬਿਕੋਜ਼ ਦਿਸ ਵਿਲ ਬੀ ਅ ਫਾਸਟਰ। ਆਪਾਂ ਨੂੰ ਦੇਖੋ ਅਗਰ ਕਿਉਂ ਜੰਪਿੰਗ ਇਜ਼ਨਟ ਇਟ ਯੂ ਕੈਨ ਸੇ, ਬਟ ਦੈਨ ਕੀ ਹੈ ਨਾ ਕਿ ਟੈਂਪਰੇਰੀ ਵਰਕਰ ਨੂੰ ਐਲੀਜੀਬਲ ਕਰਕੇ ਅਪਲਾਈ ਕਰਕੇ ਜੋ ਕਰਨ ਦਾ ਪ੍ਰੋਸੈਸ ਹੈ ਉਹ ਥੋੜਾ ਘੱਟ ਹੈ। ਪਰਮਾਨੈਂਟ ਰੈਜ਼ੀਡੈਂਸੀ ਵਾਸਤੇ ਬਹੁਤ ਸਾਰੀ ਚੀਜ਼ਾਂ ਹੋਰ ਹੁੰਦੀਆਂ ਨੇ, ਜਿਹੜੇ ਬੈਕਗਰਾਊਂਡ ਚੈੱਕ ਹੁੰਦੇ ਨੇ, PCC ਬੜਾ ਕੁਝ ਹੁੰਦਾ ਇਹਦੇ ਅੰਦਰ, ਉਹ ਡਾਕੂਮੈਂਟੇਸ਼ਨ ਦੀ ਨਹੀਂ ਰਿਕੁਆਇਰਮੈਂਟ ਨਹੀਂ ਹੈ ਤੇ ਪ੍ਰੋਸੈਸਿੰਗ ਇਹਦੀ ਵੈਸੇ ਵੀ ਫਾਸਟ ਹੋ ਸਕਦੀ ਹੈ। ਅਸੀਂ ਵੀ ਕੈਨ ਨॉट मतलब फास्ट फॉरवर्ड परमानेंट रेजिडेंसी की बिकॉज उसमें बहुत चीज़ें और देखनी होती हैं, मेडिकल भी देखना है, सब कुछ देखना है। इसमें कई चीज़ें ऐसी हैं जो बाईपास करके दे कैन फर्स्ट पुल इन देम। तो मे बी दैट इज़ वन ऑफ द स्ट्रेटजी दे आर अपनाइंग कि जल्दी आ जाए लोग और वो परमानेंट रेजिडेंसी वाला जो है बैकलॉग वो भी क्लियर करना है बिकॉज जैसे आपने बताया दे आर हायरिंग न्यू पीपल, सो ऑब्वियसली कुछ ना कुछ बैलेंस तो बिठाना पड़ेगा उनको, बट येस देयर इज़ अ बैकलॉग।
ਅੱਛਾ, ਪੀਐਨਪੀ ਦੇ ਵਿੱਚ ਵੀ ਕੋਈ ਚੇਂਜਸ ਆਈਆਂ? ਬਿਲਕੁਲ ਜੀ, ਬਹੁਤ ਚੇਂਜਸ ਆਈ। ਮੈਂ ਉਹੀ ਕਹਿਣ ਲੱਗਾ ਸੀਗਾ ਤੁਹਾਨੂੰ ਕਿ ਇੱਕ ਬਹੁਤ ਮੇਜਰ ਚੇਂਜ ਆਈ ਹੈ। ਜਿਵੇਂ ਨਵੰਬਰ 16 ਤੋਂ ਜਿਵੇਂ ਇਹਨਾਂ ਨੇ ਨੌਕ ਸਿਸਟਮ ਤੋਂ ਟੀਅਰ ਸਿਸਟਮ ਤੇ ਚੇਂਜ ਕੀਤਾ, ਤੇ ਲਗਭਗ ਹਰ ਪ੍ਰੋਵਿੰਸ ਨੇ ਉਸ ਤੋਂ ਮਹੀਨਾ ਪਹਿਲੇ ਆਪਣਾ ਸਿਸਟਮ ਬੰਦ ਕਰਤੇ ਪੋਰਟਲ, ਬਿਕੋਜ਼ ਦੇ ਵਰ ਆਲਸੋ ਚੇਂਜਿੰਗ ਆਲ देयर प्रोग्राम्स अकॉर्डिंग टू द टीयर सिस्टम। तो ਇਹਦੇ 'ਚ ਸਭ ਪ੍ਰੋਵਿੰਸਿਸ ਨੇ ਜਬ ਨਵਾਂ ਹੈ ਆਪਣਾ 16 ਨਵੰਬਰ ਤੋਂ ਬਾਅਦ ਆਪਣੇ ਪੋਰਟਲ ਖੋਲੇ, ਤਾਂ ਇਟ ਵਾਜ਼ ਅ ਸਰਪ੍ਰਾइज फॉर एवरीवन, क्योंकि वो बिल्कुल ही उन्होंने अपने प्रोग्राम्स को एक्चुअली करता, बिल्कुल चेंज करता, रीडिफाइन करता, रीडिज़ाइन ही करता। तो ਉਹਦੇ ਨਾਲ ਇਹ ਹੋਇਆ ਕਿ ਜਿਹੜੇ ਲੋਕਾਂ ਦੇ ਪਹਿਲੇ पॉइंट ज़्यादा बन रहे सी उन्होंने घट बनने लग गए। क्यों बनने लग गए? बिकॉज दे हैव अपने जो इनका एजेंडा था वो उन्होंने बिल्कुल सही लोगों को बता दिया। अब जैसे एग्जाम्पल आई विल टेक फॉर BC में ਕੀ ਸੀਗਾ ਕਿ ਪਹਿਲੇ ਜਿਹੜਾ ਪੁਆਇੰਟ ਸਿਸਟਮ ਸੀਗਾ ਉਹਦੇ ਆਧਾਰ ਤੇ ਪੁਆਇੰਟਸ ਬੰਦੇ ਸੀਗੇ। ਜਦ ਤੁਹਾਡੇ ਕੋਲ ਕੋਈ ਨੌਕ ਲੈਵਲ ਦੀ ਜੌਬ, ਯਾਨੀ ਤੁਸੀਂ ਵੱਡੇ ਲੈਵਲ ਦੀ ਜੌਬ ਹੈ, ਤੁਹਾਨੂੰ ਐਕਸਟਰਾ ਪੁਆਇੰਟ ਮਿਲ ਜਾਂਦੇ ਸੀਗੇ, ਤੇ ਲੋਕੀ ਇਹਨੂੰ ਬਾਈਪਾਸ ਵੀ ਕਰ ਰਹੇ ਸੀਗੇ। ਜੌਬ ਵੱਡੇ ਲੈਵਲ ਦੀ ਲੈ ਕੇ ਪੁਆਇੰਟਸ ਬਣਾ ਕੇ ਆਪਣੀ PNP ਲਵਾ ਰਹੇ ਸੀਗੇ। ਹੁਣ ਇਹਨਾਂ ਨੇ ਚੇਂਜ ਕਰਤਾ, ਹੁਣ ਇਹਨਾਂ ਨੇ ਰੀਜਨ ਦੇ ਪੁਆਇੰਟਸ ਜ਼ਿਆਦਾ ਕਰਤੇ। they want people should move out from this metro Vancouver area, yes। तो इन्होंने हुन जिहड़ा एबट्सवर्ड और मिशन और इस एरिया जो स्क्वैमिश एरिया के पॉइंट्स 15 इन्होंने 5 पॉइंट एक्स्ट्रा करते, तो लोग उत्थे जाणगे, प्लस उत्थे अगर 1 साल काम करनगे 10 पॉइंट उन्होंने एक्स्ट्रा करते, तो 15 पॉइंट उन्होंने मूव करन दे मिल जाते हैं। उस तो बाद अगर उस तो उपर चले जाते हैं कलोना, कैमलूप, आइलैंड्स, इंटीरियर, उन्होंने 25 पॉइंट तक मिल सकते हैं। मतलब दिस इज़ अ बूस्टर और दिस इज़ एक्चुअली एक मोरल, एक और इनको कहते हैं डाइवर्ट करने के लिए बच्चों कि तुसी उन एरियाज जाओ जिथे ਸਸਕੈਚੁਅਨ ਚਲੇ ਜਾਣ ਫਿਰ। सस्कैचुअन तो ऑलरेडी पहले ही प्रोग्राम बहुत लीनियर ने नहीं जानते लोग, बट वी आर एक्चुअली ये लोग BC छड़ना नहीं चाहते। तो दिस इज़ वट कि BC भी रहोगे, इंटीरियर भी डेवलप जरा नहीं हो रहा, जिमें वर्नन एरिया जो उत्थे बेसिकली कामयाबी और ज़्यादा घट हैगी है, वो पूरी होने करके वर्नन या कैसलगढ़ जाण ਨੂੰ 25 ਪੁਆਇੰਟ ਦਿੰਦੇ ਆ ਵਾਧੂ ਜੀ, ਤੇ ਜੇ ਉਹ ਸਸਕੈਚੁਅਨ ਜਾਂਦਾ ਤੇ 50 ਪੁਆਇੰਟ ਮਿਲ ਜਾਣਗੇ। ਸਸਕੈਚੁਅਨ ਸਰ ਆਪਣੇ ਆਪ ਵਿੱਚ ਅਲੱਗ ਪ੍ਰੋਵਿੰਸ ਹੈ, ਉਹਦਾ ਆਪਣਾ ਅਲੱਗ ਪ੍ਰੋਗਰਾਮ ਹੈ, ਉਹ ਡਿਫਰੈਂਟ ਪ੍ਰੋਗਰਾਮ ਹੈ। ਇਹ BC ਦੇ ਪ੍ਰੋਗਰਾਮ ਈਜ਼ੀ ਹੈ ਪ੍ਰੋਗਰਾਮ, ਉਹ ਈਜ਼ੀ ਹੈਗਾ ਪ੍ਰੋਗਰਾਮ, ਓਬਵੀਅਸਲੀ ਈਜ਼ੀ ਹੈ। ਐਟਲਾਂਟਿਕ ਸਾਰੇ ਜਿੰਨੇ ਵੀ ਹੈਗੇ ਨੇ ਉਹ ਸਾਰੇ ਈਜ਼ੀ ਨੇ ਜਾਣ ਵਾਸਤੇ, ਬਟ ਜਾਂਦੇ ਨਹੀਂ ਬਿਕੋਜ਼ ਆਫ ਇੱਕ ਤਾਂ ਵੈਦਰ ਦੀ ਗੱਲ ਹੋ ਗਈ, ਇੱਕ ਆਪਣੇ ਪੰਜਾਬੀ ਕਹਿੰਦੇ ਨੇ ਜਿੱਥੇ 2-4 ਪੰਜਾਬੀ ਦਿਖਣ ਉੱਥੇ ਹੀ ਜਾਣਾ ਹੈ। ਇੱਕ ਬਹੁਤ ਵੱਡੀ ਪ੍ਰੋਬਲਮ ਹੈਗੀ ਹੈ, ਪ੍ਰੋਬਲਮ ਤਾਂ ਨਹੀਂ ਕਹਾਂਗੇ, ਚੰਗੀ ਗੱਲ ਹੈਗੀ ਹੈ, ਅਸੀਂ ਕਮਿਊਨਿਟੀ ਨੂੰ ਰਹਿਣਾ ਚਾਹੁੰਦੇ ਹਾਂ ਕਮਿਊਨਿਟੀ ਅੰਦਰ। ਅੱਛਾ, TR to PR ਦਾ ਕੀ ਬਣਿਆ ਫਿਰ? TR to PR ਦੇਖੋ ਜੀ, ਮੋਸ਼ਨ 44 ਜਿਹੜੇ ਸਰਾਇਆ ਸਾਹਿਬ ਲੈ ਕੇ ਆਏ ਸੀਗੇ ਉਹਦੇ ਅਗੇਂਸਟ ਉਹਨਾਂ ਨੇ ਕਹਿ ਦਿੱਤਾ ਸੀਗਾ ਕਿ ਬਹੁਤ ਕੁਝ ਹੋ ਰਿਹਾ ਹੈ, ਮੇ ਬੀ ਅੰਡਰ ਖਾਤੇ ਹੋ ਵੀ ਰਿਹਾ ਹੋਏ, ਬਟ ਦੈਨ ਆਈ ਵੁੱਡ ਸੇ ਕਿ ਜਿਹੜਾ ਇਹ 2 ਲੱਖ ਬੰਦਿਆਂ ਦਾ ਇਹਨਾਂ ਨੇ ਕੀਤਾ ਹੈ ਉਹ ਲਗਭਗ ਉਸੀ ਲਾਈਨਸ ਤੇ ਹੈਗਾ। ਉਹਦੇ 'ਚ ਵੀ ਆਈ ਸੀਗਾ ਕਿ ਜਿਹੜੇ ਲੋਅਰ ਲੈਵਲ ਜੌਬਸ 'ਤੇ ਕੰਮ ਕਰ ਰਹੇ ਨੇ ਉਹ ਬਹੁਤ ਟਾਈਮ ਤੋਂ ਕੰਮ ਇੱਥੇ ਕਰੀ ਜਾ ਰਹੇ ਨੇ, ਉਹ ਆਪਣੇ ਵਰਕ ਪਰਮਿਟਸ ਨੂੰ ਐਕਸਟੈਂਡ ਕਰਦੇ ਰਹਿੰਦੇ ਨੇ, ਤੇ ਉਹਨਾਂ ਦਾ ਪਰਮਾਨੈਂਟ ਕੋਈ ਹੱਲ ਕਰਨਾ ਚਾਹੀਦਾ ਹੈ। ਤੇ ਜਿਹੜਾ ਉਹਨਾਂ ਨੇ ਉਹਨਾਂ ਦੀ ਫੈਮਲੀਆਂ ਨੂੰ ਬਣਾਉਣ ਦਾ ਓਕੇ ਕਰਤਾ ਕਿ ਫੈਮਲੀ ਆ ਜਾਣ, ਤਾਂ ਕੀ ਹੁੰਦਾ ਜੀ, ਫੈਮਲੀ ਆਉਣ ਦੇ ਨਾਲ ਤਾਂ ਕੱਚੇ ਹੀ ਨਾ ਇਸ ਵੇਲੇ ਕੱਚੇ ਨੇ। ਦੇਖੋ ਮੈਂ ਕੀ ਕਹਿੰਦਾ ਨਾ, ਅਗਰ ਕੰਸਲਟੈਂਟ ਨਾਲ ਗੱਲ ਕਰੋ ਤੇ ਰਹਿਣਗੇ ਕੱਚੇ। ਫੈਮਿਲੀ ਆ ਗਈ, ਵਾਈਫ ਆ ਗਈ, ਮੇ ਵੀ ਕਿਸੇ ਦੀ ਵਾਈਫ ਦੇ ਪੁਆਇੰਟ ਜ਼ਿਆਦਾ ਬਣ ਜਾਣ, ਸ਼ੀ ਗੈਟਸ ਅ ਸਕਿਲ ਜੌਬ ਹੇਅਰ, ਉਹ 1 ਸਾਲ ਵਿੱਚ ਪੋਲਿਸ਼ ਹੋ ਜਾਏ, ਉਹਨਾਂ ਦੇ ਪੁਆਇੰਟਸ ਬਣ ਜਾਣ, ਦੈਟ ਕੈਨ ਬੀ ਵਨ ਆਫ ਦ ਰੀਜ਼ਨਸ ਕਿ ਉਹ ਪੱਕੇ ਹੋ ਪਾਣ। ਦੂਜੀ ਗੱਲ, ਯੈਸ ਇੱਕਦਮ ਨਾਲ ਇਹ ਨਹੀਂ ਕਰ ਪਾਣਗੇ। ਵਾਟ ਵੀ ਆਰ ਪਰਸੀਵਿੰਗ ਐਜ਼ ਅ ਕੰਸਲਟੈਂਟ ਫੈਟਰਨਿਟੀ, ਅਸੀਂ ਆਪਸ ਵਿੱਚ ਗੱਲ ਕਰਦੇ ਹਾਂ ਤੇ ਇਹ ਸੋਚ ਰਹੇ ਹਾਂ ਅਸੀਂ ਕਿ ਆਉਣ ਵਾਲੀ ਸੈਕਿੰਡ ਜਿਹੜਾ ਕੁਆਟਰ ਹੋਊਗਾ 2023 ਦਾ, ਉਹਦੇ 'ਚ we are actually moving towards knock based draws, ਜਿਹੜੇ ਬੇਸਿਕਲੀ ਜੌਬ ਬੇਸਡ ਡਰਾਜ਼ ਹੋਣਗੇ। ਅਸੀਂ ਇਸ ਵੇਲੇ ਅਸੀਂ ਸਭ ਲੋਕ ਕਹਿੰਦੇ ਹਾਂ, ਤੁਸੀਂ ਵੀ ਕਹਿੰਦੇ ਔਨ 에ਅਰ, ਮੈਂ ਸੁਣਦਾ ਸਭ ਨੂੰ ਕਿ ਜੀ ਉਹ ਕਹਿੰਦੇ ਨੇ ਜੀ ਬਹੁਤ ਜ਼ਿਆਦਾ ਅਨਐਮਪਲੋਇਮੈਂਟ ਨਹੀਂ ਹੈਗੀ, ਅਨਐਮਪਲੋਇਮੈਂਟ ਰੇਟ ਬਹੁਤ ਘੱਟ ਹੈ, ਬਟ ਇੱਥੇ ਉਹ ਕੋਈ ਲੋਕ ਡਿਸਕਸ ਨਹੀਂ ਕਰਦਾ ਕਿ ਇੱਥੇ ਅੰਡਰ ਐਮਪਲੋਇਮੈਂਟ ਬਹੁਤ ਜ਼ਿਆਦਾ ਹੈ। ਤਾਂ ਅੰਡਰ ਐਮਪਲੋਇਮੈਂਟ ਨੂੰ ਬੇਸਿਕਲੀ ਮੈਨੂੰ ਲੱਗਦਾ ਹੈ ਹੁਣ ਦੇ ਵਿਲ ਬੀ ਐਡਰੈਸਿੰਗ ਇਟ, ਤਾਂ ਉਹ ਕੁਝ ਹੋਣਾ ਹੋਗਾ, ਉਹਦੇ ਬਾਰੇ ਕੁਝ ਹੋਊਗਾ ਹੁਣ ਸੈਕਿੰਡ ਫੇਜ਼ 'ਚ। ਉਹਨਾਂ ਦੇ ਵਿੱਚ ਇੱਕ ਗੱਲ ਮੈਂ ਤੁਹਾਨੂੰ ਹੋਰ ਪੁੱਛਣੀ ਚਾਹੁੰਦਾ ਸੀ ਕਿ ਅਸੀਂ ਖਬਰਾਂ ਦਿੱਤੀਆਂ ਕਿ ਡਾਕਟਰਾਂ ਨੂੰ ਬਹੁਤ ਸੌਖਾ ਕਰਤਾ। ਹੁਣ ਤੁਸੀਂ ਤਾਂ ਉਹਨੂੰ ਫੇਰ ਪਾਰਟ ਚੀਟ ਕੇ ਦੇਖਿਆ ਹੋਣਾ, ਡਾਈਸੈਕਟ ਕਰਕੇ ਵੇਖਿਆ ਹੋਣਾ। ਹਾਂਜੀ ਹਾਂਜੀ। ਨਵੇਂ ਡਾਕਟਰਾਂ ਨੂੰ ਸੌਖਾ ਕਰਤਾ ਜਾਂ ਇੱਥੇ ਰਹਿੰਦੇ ਡਾਕਟਰਾਂ ਨੂੰ ਸੌਖਾ ਕਰਤਾ? ਇਸ ਨਵੀਂ ਤਬਦੀਲੀ ਦੇ ਮੁਤਾਬਕ ਫੋਰਨ ਡਾਕਟਰਸ ਹੁਣ ਧੜਾ ਆ ਸਕਣਗੇ? ਨਹੀਂ ਜੀ, ਧੜਾ ਤਾਂ ਨਹੀਂ ਆ ਸਕਣਗੇ। ਬੇਸਿਕਲੀ ਕੀ ਹੈ, ਜਿਹੜਾ ਆਲਰੇਡੀ ਇੱਥੇ ਸੀਗੇ ਉਹਨਾਂ ਵਾਸਤੇ ਈਜ਼ੀ ਕਰਤਾ। ਹੁਣ ਕੀ ਹੈ ਕਿ ਜਿਹੜੇ ਫਿਜ਼ੀਸ਼ੀਅਨ ਇੱਥੇ ਟੈਂਪਰੇਰੀ ਕੰਮ ਕਰਦੇ ਪਏ ਨੇ, ਵਰਕ ਪਰਮਿਟ 'ਤੇ ਹੈਗੇ ਨੇ, ਉਹ ਫਿਜ਼ੀਸ਼ੀਅਨਸ ਨੂੰ ਇੱਥੇ ਚੱਲਦਾ ਹੈ ਫੀ ਫॉर ਸਰਵਿਸ। ਤੇ ਫੀ ਫॉर ਸਰਵਿਸ ਦਾ ਮਤਲਬ ਹੈ ਜਿਹੜਾ ਉਹ ਕੰਮ ਕਰਦੇ ਨੇ, ਦੇ ਦੈਨ ਬਿਲ ਦ ਪ੍ਰੋਵਿੰਸ ਐਂਡ ਦੈਨ ਦੇ ਗੈਟ ਦੇਅਰ ਰੈਮੂਨਰੇਸ਼ਨ, ਉਹਨੂੰ ਪੈਸੇ ਮਿਲਦੇ ਨੇ। ਤਾਂ ਉਹਨੂੰ ਸੈਲਫ ਐਮਪਲੋਇਡ ਅੰਦਰ ਪਹਿਲੇ ਗਿਣਦੇ ਸੀਗੇ। ਤਾਂ ਉਹ ਸੈਲਫ ਐਮਪਲੋਇਡ ਗਿਣਨ ਕਰਕੇ ਜਿਹੜਾ CEC PR ਦਾ ਪਾਥਵੇ ਉਹਨਾਂ ਵਾਸਤੇ CEC ਵਿਚ ਇਜ਼ ਕੈਨੇਡੀਅਨ ਐਕਸਪੀਰੀਅੰਸ ਕਲਾਸ, ਉਹਦੇ ਅੰਦਰ ਉਹ ਕੁਆਲੀਫਾਈ ਨਹੀਂ ਹੁੰਦੇ ਸੀ, ਬਿਕੋਜ਼ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਅੰਦਰ ਸੈਲਫ ਐਮਪਲੋਇਡ ਜਿਹੜਾ ਤੁਹਾਡਾ ਐਕਸਪੀਰੀਅੰਸ ਹੈਗਾ ਉਹਨੂੰ ਗਿਣਦੇ ਨਹੀਂ ਸੀ। ਅੱਛਾ, ਬਟ ਉਹਨਾਂ ਨੇ ਹੁਣ ਸੈਪਟੰਬਰ ਵਿੱਚ ਅਨਾਊਂਸਮੈਂਟ ਕੀਤੀ ਹੈ ਕਿ ਦੈਨ ਜਸਟ ਦੇ ਵਾਂਟ ਕਿ ਜਿਹੜੇ ਲੋਕ ਆਲਰੇਡੀ ਇੱਥੇ ਹੈਗੇ ਨੇ ਉਹ ਰਿਟੇਨ ਹੋਣ, ਨਾ ਜਾਣ ਫਿਜ਼ੀਸ਼ੀਅਨ ਛੱਡ ਕੇ। ਦੈਟਸ ਵਾਈ ਉਹਨਾਂ ਨੇ ਉਹਨਾਂ ਦੇ ਜਿਹੜਾ ਵਰਕ ਹੈਗਾ ਫੀ ਫॉर ਸਰਵਿਸ ਵਾਲਾ, ਉਹਨੂੰ ਵੀ ਕੁਆਲੀਫਾਈ ਕਰਤਾ CEC ਅੰਦਰ। ਤਾਂ ਨਾਓ ਦੇ ਵਿਲ ਬੀ ਏਬਲ ਟੂ ਅਪਲਾਈ ਅੰਡਰ CEC। ਪ੍ਰੈਕਟਿਸ ਤਾਂ ਕਰੀ ਪਾਣਗੇ, CEC ਅੰਦਰ ਆਪਣੀ ਫਾਈਲ ਲਾ ਕੇ ਪਰਮਾਨੈਂਟ ਪੱਕੇ ਵੀ ਹੋ ਪਾਣਗੇ।
ਪਹਿਲੇ ਉਹਨਾਂ ਦਾ ਐਕਸਪੀਰੀਅੰਸ ਜਿਹੜਾ ਸੀਗਾ, ਜਿਹੜੇ ਇੱਥੇ ਆ ਕੇ ਐਕਸਪੀਰੀਅੰਸ ਗੇਨ ਕਰਦੇ ਸੀ, ਉਹ ਐਕਸਪੀਰੀਅੰਸ ਨੂੰ ਉਹ ਗਿਣਦੇ ਨਹੀਂ ਸੀ। ਤੇ ਉਹ ਫਿਰ ਤਾਂ ਜਿਹੜੇ ਐਗਜ਼ਿਸਟਿੰਗ ਇੱਥੇ ਰਹਿ ਰਹੇ ਨੇ ਜੀ ਉਹਨਾਂ ਲਈ ਹੋਈ ਆ, ਉਹਨਾਂ ਲਈ ਵਧੀਆ ਹੋ ਗਿਆ। ਤੁਸੀਂ ਅਗਰ ਦੇਖੋ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਵਾਂ ਕਿ ਅਗਰ ਟੋਟਲ ਆਪਾਂ ਦੇਖੀਏ 2015 ਜਦ ਤੋਂ ਐਕਸਪ੍ਰੈਸ ਐਂਟਰੀ ਸ਼ੁਰੂ ਹੋਈ ਹੈ ਤਦ ਤੋਂ ਲੈ ਕੇ ਹੁਣ ਤੱਕ ਅੱਜ ਦਾ ਡਾਟਾ ਆਇਆ ਕਿ ਹੁਣ ਤੱਕ ਸਿਰਫ 22,600 ਸਿਰਫ 22,600 ਪੂਰੇ 7-8 ਸਾਲਾਂ ਵਿੱਚ ਹੈਲਥ ਪੋਜੀਸ਼ਨਸ, ਜਿਹੜੀ ਫਿਜ਼ੀਸ਼ੀਅਨਸ ਦੀਆਂ ਪੋਜੀਸ਼ਨਸ ਹੈਗੀਆਂ, ਉਹਨਾਂ ਨੂੰ ਪਰਮਾਨੈਂਟ ਰੈਜ਼ੀਡੈਂਸੀ ਮਿਲੀ ਹੈ ਪਿਛਲੇ 7 ਸਾਲਾਂ ਵਿੱਚ। ਓਨਲੀ 22,000 ਜਦਕਿ 1.3 ਮਿਲੀਅਨ ਇਮੀਗ੍ਰੈਂਟਸ ਆ ਚੁੱਕੇ ਨੇ ਪਿਛਲੇ 8 ਸਾਲ ਵਿੱਚ। ਤਾਂ ਉਹਦੇ 'ਚੋਂ ਸਿਰਫ ਐਂਡ ਓਨਲੀ 22,600 ਦੀ ਫਿਗਰ ਹੈਗੀ ਹੈ, ਕੋਈ ਬਹੁਤ ਵੱਡੀ ਫਿਗਰ ਨਹੀਂ ਹੈ। ਉਹਦੇ 'ਚੋਂ ਵੀ 3600 ਸਪੈਸ਼ਲ ਫਿਜ਼ੀਸ਼ੀਅਨਸ ਨੇ ਸਿਰਫ, ਔਰ ਨਰਸਿਸ ਹੈਗੀਆਂ ਬਾਕੀ 8,600 ਜਿਹੜੀ ਮਿਡਵਾਈਸ ਵਗੈਰਾ ਹੁੰਦੀਆਂ ਉਹ ਹੈਗੀਆਂ ਨੇ। ਤਾਂ ਯਾਨੀ ਕਿ ਬਹੁਤ ਵੱਡਾ ਕੋਈ ਤਬਕਾ ਨਹੀਂ ਜਿਹੜਾ ਪੱਕਾ ਹੋ ਗਿਆ ਹੈਲਥ ਵਰਕਰ ਅੰਦਰ। ਇਹਦੇ ਅੰਦਰ ਇੱਕ ਛੋਟਾ ਜਿਹਾ ਬੂਮ ਆਇਆ ਸੀਗਾ ਲਾਸਟ ਈਅਰ ਜਦ TR to PRO ਲੈ ਕੇ ਆਇਆ ਸੀ, ਉਹਦੇ ਅੰਦਰ ਹੈਲਥ ਪੋਜੀਸ਼ਨ ਦੇ ਅੰਦਰ ਕਰੀਬ 4200 ਬੰਦੇ ਪੱਕੇ ਹੋਏ ਨੇ। ਤਾਂ ਕੋਈ ਬਹੁਤ ਵੱਡਾ ਕਹੀਏ ਨਾ ਕਿ ਜੰਪ ਨਹੀਂ ਮਿਲਿਆ ਹੈਲਥ ਵਰਕਰਸ ਨੂੰ। ਤਾਂ ਦੈਟਸ ਵਾਈ ਦੇ ਹੈਵ ਨਾਓ ਪੁੱਟ ਇਨ ਦਿਸ ਵਨ ਕਿ CEC ਅੰਦਰ ਕਰਕੇ ਥੋੜ੍ਹੇ ਬੰਦੇ ਔਰ ਜਿਹੜੇ ਆਲਰੇਡੀ ਹੈਗੇ ਨੇ ਉਹ ਪੱਕੇ ਹੋ ਜਾਣ। ਇੱਕ ਡਾਟਾ ਉਹਦਾ ਵੀ ਹੈਗਾ ਕਿ ਆਲਰੇਡੀ ਇਸ ਵੇਲੇ 2500 ਫਿਜ਼ੀਸ਼ੀਅਨਸ ਹੈਗੇ ਨੇ ਜਿਹੜੇ ਵਰਕ ਪਰਮਿਟ ਤੇ ਕੰਮ ਕਰਦੇ ਪਏ ਨੇ ਅਲੱਗ ਇੱਥੇ ਇਸ ਵੇਲੇ। ਤਾਂ ਦੇ ਵਾਂਟ ਕਿ ਉਹ 2500 ਨਾ ਜਾਣ। ਇਨ ਕੈਨੇਡਾ ਔਰ BC? ਇਨ ਕੈਨੇਡਾ ਦਾ ਫਿਗਰ ਹੈ। ਫਿਜ਼ੀਸ਼ੀਅਨ ਦੀ ਗੱਲ ਕਰਦਾ ਪਿਆ, ਸਪੈਸ਼ਲਾਈਜ਼ ਫਿਜ਼ੀਸ਼ੀਅਨ ਹੁੰਦੇ ਨੇ, ਹਾਂ, ਉਹ 2500 ਕਰੀਬ ਹੈਗੇ ਨੇ ਜਿਹੜੇ ਉਹ ਚਾਹੁੰਦੇ ਨੇ ਨਾ ਜਾਣ। ਤੇ ਉਹਨਾਂ ਵਾਸਤੇ ਇੱਕ ਪ੍ਰੋਗਰਾਮ ਹੋ ਗਿਆ ਕਿ ਇਹ CEC ਅੰਦਰ ਕੁਆਲੀਫਾਈ ਹੋ ਜਾਣਗੇ। ਅਦਰਵਾਈਜ਼ ਹੁਣ ਤੱਕ ਉਹਨਾਂ ਵਾਸਤੇ ਸੀਗਾ ਕਿ ਇੱਕ ਫੈਡਰਲ ਸਕਿੱਲ ਵਰਕਰ ਪ੍ਰੋਗਰਾਮ ਸੀਗਾ ਜਾਂ PNP ਨੋਮੀਨੇਸ਼ਨਸ ਹੁੰਦੀ ਸੀਗੀਆਂ, ਉਹਨਾਂ ਵਾਸਤੇ ਉਹ ਹੁਣ ਇੱਕ ਹੋਰ ਪ੍ਰੋਗਰਾਮ CEC ਵੀ ਆ ਗਿਆ। ਸੋ ਦੇ ਹੈਵ ਜਸਟ ਈਜ਼ਡ ਔਨ ਫॉर them। ਪਰ ਆਈਡੀਆ ਤਾਂ ਇਹ ਸੀ ਨਾ ਵੀ ਨਵੇਂ ਡਾਕਟਰ ਹੋਰ ਬਾਹਰਲੇ ਮੁਲਕਾਂ 'ਚੋਂ ਲਿਆਂਦੇ ਜਾਣ। ਦੇਖੋ, ਨਵੇਂ ਡਾਕਟਰ ਨੂੰ ਵੀ ਇੱਕ ਰਾਹ ਦਿਖ ਗਈ, ਇੱਕ ਉਹਨੂੰ ਅੱਛਾ ਲੱਗਣ ਲੱਗਿਆ ਕਿ ਹਾਂ ਵੀ ਹੁਣ ਔਰ ਪਾਥਵੇ ਬਣ ਗਏ PR ਦੇ, ਤਾਂ ਉਹ ਵੀ ਸੋਚਣ ਲੱਗ ਜੂਗਾ। ਇਨ ਦਾ ਲੌਂਗ ਰਨ ਔਰ ਚੇਂਜਸ ਲਿਆਣੇ ਪੈਣਗੇ ਅਗਰ ਹੈਲਥ ਸੈਕਟਰ ਦੀ ਇਹ ਪ੍ਰੋਬਲਮ ਜਿਹੜੀ ਹੈਗੀ ਉਹਨੂੰ ਸੋਲਵ ਕਰਨਾ ਹੈ। ਬਿਕੋਜ਼ ਅਗਰ 1.5 ਮਿਲੀਅਨ ਬੰਦਾ ਆਣਾ ਹੈ ਅਗਲੇ 3 ਸਾਲਾਂ ਵਿੱਚ, ਤਾਂ ਉਹਨਾਂ ਨੂੰ ਹੈਲਥ ਦੀ ਪ੍ਰੋਬਲਮ ਤਾਂ ਹੈਗੀ ਹੈ। ਔਰ ਅੱਜ ਦੀ ਜਿਹੜੀ ਜੀ ਪ੍ਰੋਬਲਮ ਹੈ ਤਾਂ 3 ਸਾਲ ਬਾਅਦ ਕੀ ਹੋਗਾ ਵੀ ਆਲ ਕੈਨ ਇਮੈਜਿਨ। ਤਾਂ ਆਈਦਰ ਦੇ ਹੈਵ ਟੂ ਬ੍ਰਿੰਗ ਅ ਪਲਾਨ ਫॉर ਫੋਰਨ ਜਿਹਨੇ ਵੀ ਆਪਣੇ IMG ਕਹਿੰਦੇ ਉਹਨਾਂ ਨੂੰ, ਇੰਟਰਨੈਸ਼ਨਲ ਮੈਡੀਕਲ ਪ੍ਰੈਕਟੀਸ਼ਨਰਸ ਹੁੰਦੇ ਨੇ, ਉਹ ਅਗਰ ਉਹ ਉਹਨਾਂ ਨੂੰ ਜਲਦੀ ਲਿਆ ਪਾਣ ਕੁਛ ਇਹੋ ਜਿਹਾ ਪ੍ਰੋਗਰਾਮ ਜ਼ਰੂਰ। ਇਹ ਮੇ ਬੀ ਅ ਫਸਟ ਸਟੈਪ ਹੈਗਾ, ਉਹਦੇ 'ਚ ਸੈਕਿੰਡ ਸਟੈਪ ਥਰਡ ਸਟੈਪ ਪਲੈਨਿੰਗ ਵਿੱਚ ਹੋਣਾ। ਬਟ ਵੀ ਆਰ ਹੈਵਿੰਗ ਮਤਲਬ ਬਹੁਤ ਸਾਰੀ ਐਕਸਪੈਕਟੇਸ਼ਨਸ ਹੈਗੀਆਂ ਇਮੀਗ੍ਰੇਸ਼ਨ ਮਿਨਿਸਟਰ ਤੋਂ, ਉਹਨਾਂ ਦੀ ਖੁਦ ਦੀ ਵੀ ਕੋਈ ਨਾ ਕੋਈ ਲਿਮਿਟੇਸ਼ਨਸ ਹੋਣੀਆਂ ਕਿ ਹਰ ਚੀਜ਼ ਤੇ ਦੇ ਕੈਨੋਟ ਡੂ। ਬਟ ਯੈਸ ਦੇ ਆਰ ਡੂਇੰਗ ਦੇਅਰ ਬਿਟ, ਬਟ ਸਲੋ ਹੈਗਾ। ਅੱਛਾ, ਇੱਕ ਹੋਰ ਗੱਲ ਨਹੀਂ ਮੇਰੇ ਸਮਝ ਆਉਂਦੀ ਵੀ ਇਹ ਜਿਹੜਾ 5 ਲੱਖ ਬੰਦਾ ਲੈ ਕੇ ਆਇਆ ਕਰਨਾ ਹਰ ਸਾਲ, ਇਹ 1.5 ਮਿਲੀਅਨ ਬੰਦਾ ਰੱਖਣਗੇ ਕਿੱਥੇ ਇੱਥੇ? ਇਹਦਾ ਇੰਤਜ਼ਾਮ ਬਹੁਤ ਮੁਸ਼ਕਿਲ ਹੋ ਜਾਏਗਾ। ਇਹ ਦੁਨੀਆ ਭਰ 'ਚ ਹੋਣਾ ਜਾਂ ਸਾਊਥ ਈਸਟ ਏਜ ਕਿੰਨਾ ਹਿੱਸਾ ਸਾਊਥ ਈਸਟ ਏਸ਼ੀਆ ਦਾ? ਦੇਖੋ, ਇਹਦੇ ਆਉਣਾ ਤਾਂ ਦੁਨੀਆ ਭਰ ਤੋਂ ਹੈ, ਲੇਕਿਨ ਸਾਨੂੰ ਪਤਾ ਹੀ ਹੈ ਅਰਾਊਂਡ ਅਗਰ ਪਿਛਲਾ ਤੁਸੀਂ ਡਾਟਾ ਫੜ ਕੇ ਦੇਖ ਲਓ 2-3 ਸਾਲਾਂ ਦਾ 40 to 50% ਸਾਊਥ ਈਸਟ ਏਸ਼ੀਆ ਤੋਂ ਹੀ ਆਉਂਦਾ ਹੈ। ਅਤੇ ਬਹੁਤ ਤਬਕਾ ਉੱਥੋਂ ਆਉਂਦਾ ਹੀ ਬਿਕੋਜ਼ ਪਾਪੂਲੇਸ਼ਨ ਦਿਸ ਇਜ਼ ਐਕਚੁਅਲੀ ਸਿੰਪਲ ਇਕਨੋਮਿਕਸ ਹੀ ਹੈ। ਜਦ ਅੱਧਾ ਵਰਲਡ ਹੀ ਉੱਥੇ ਰਹਿੰਦਾ ਤਾਂ ਅੱਧਾ ਬੰਦਾ ਉੱਥੋਂ ਹੀ ਆਊਗਾ। ਤਾਂ ਦੈਟ ਇਜ਼ ਦੇਅਰ। ਬਟ ਯੈਸ, ਇਹ ਤੁਹਾਡੀ ਗੱਲ ਬਿਲਕੁਲ ਮੰਨਣ ਵਾਲੀ ਹੈ। ਅਸੀਂ ਸਭ ਰੋਜ਼ ਸੋਚਦੇ ਹਾਂ ਕਿ ਪਹਿਲੇ ਹੀ ਇਹਨਾਂ ਨੂੰ ਸਰੀ ਦਾ ਐਗਜ਼ਾਮਪਲ ਲੈ ਲਓ ਤੁਸੀਂ, ਕਿੰਨਾ ਰਸ਼ ਅਤੇ ਕਿੰਨਾ ਕੁਛ ਵੱਧ ਗਿਆ ਪਿਛਲੇ 3 ਸਾਲਾਂ 'ਚ, ਤਾਂ ਅਗਲੇ 3 ਸਾਲਾਂ 'ਚ ਕੀ ਹੋਊਗਾ ਇਹ ਹੈਗਾ। ਬਟ ਦੈਨ ਜਿਵੇਂ PNP ਦੇ ਮੈਂ ਡਿਸਕਸ ਕਰ ਰਹੇ ਸੀਗੇ, PNP ਦਾ ਜਿਵੇਂ ਉਹਨਾਂ ਨੇ ਚੇਂਜ ਕੀਤਾ ਹੁਣ ਪ੍ਰੋਗਰਾਮ, ਉਹ ਇੱਕ ਪਾਥਵੇ ਮਿਲਿਆ, ਇੱਕ ਸਾਨੂੰ देखा है कि गवर्नमेंट की विजन हैगी है कि दे वांट टू नाउ कि लोगों को शिफ्ट करें उन एरियाज़ में जिन एरियाज़ में अभी पॉपुलेशन नहीं है। दैट्स वाई उन्होंने PNP में उन पॉइंट बेस्ड सिस्टम ऐसा कर दिया कि जो लोग ऑलरेडी आइलैंड्स में, इंटीरियर्स में जहाँ पॉपुलेशन नहीं है, कामयाबी और ज़्यादा घट है और उत्थे एक्चुअली वेजिज भी वधिया मिलदियां ने, उत्थे लोग जान तो उन्होंने 25 पॉइंट तक एक्स्ट्रा दिते हैं PNP अंदर। लगभग हर PNP ने एज एवो जिहा प्रोग्राम शुरू करता है हुण, जिवें कहंदे ने ਜਿਹਨੂੰ ਕਹਿੰਦੇ ਨੇ RNIP, ਵਿਟ ਇਜ਼ ਰੂਰਲ ਪ੍ਰੋਗਰਾਮ ਹੈਗਾ, ਜਿਹਦੇ 'ਚ ਰੂਰਲ ਏਰੀਆ 'ਚ ਅਗਰ ਤੁਸੀਂ ਜਾਂਦੇ ਹੋ ਤਾਂ ਤੁਹਾਨੂੰ PR ਦੀ ਜਿਹੜੀ ਪ੍ਰੋਗਰਾਮ ਹੈਗਾ ਉਹਦੇ ਅੰਦਰ ਬੜੀ ਫਾਸਟ ਫਾਰਵਰਡ ਹੋ ਜਾਂਦਾ ਹੈ, ਈਜ਼ੀਲੀ ਮਿਲ ਜਾਂਦੀ ਹੈ। ਪਰ ਫਿਰ ਵੀ ਸਾਡੇ ਕੋਲ ਕਨਸਟੀਟਿਊਸ਼ਨ ਦੇ ਵਿੱਚ ਮੋਬਿਲਿਟੀ ਰਾਈਟਸ ਨੇ, ਪੱਕੇ ਹੋ ਕੇ ਫਿਰ ਇੱਥੇ ਵੈਂਕੂਵਰ ਆ ਜਾਣਗੇ। ਦੇਖੋ, ਇਸ ਗੱਲ ਦਾ ਤਾਂ ਕੋਈ ਇਲਾਜ ਹੋ ਨਹੀਂ ਸਕਦਾ ਕਿ ਆਪਾਂ ਦੇਖੋ, ਉਹ ਕਹਿੰਦੇ ਨੇ ਨਾ 20 ਸਾਲ ਬਾਅਦ ਦੀ ਅਗਰ ਕੁੱਤੇ ਦੀ ਪੂਛ ਨੂੰ ਤੁਸੀਂ ਸਿੱਧੀ ਕਰਨ ਦੀ ਕੋਸ਼ਿਸ਼ ਕਰੋ, ਨਹੀਂ ਹੁੰਦੀ। ਬਟ ਦੇयर ਸਮਥਿੰਗ ਔਰ ਦ ਅਦਰ ਵੀ ਹੈਵ ਟੂ ਚੇਂਜ ਦ ਪਰਸੈਪਸ਼ਨ। ਨਹੀਂ ਜਾਣਾ ਚਾਹੁੰਦਾ, ਇਹੋ ਜਿਹੀ ਐਗਜ਼ਾਮਪਲ ਤਾਂ ਨਹੀਂ ਆਪਾਂ ਦੇਣੀ ਚਾਹੀਦੀ। ਐਗਜ਼ਾਮਪਲ ਦੇ ਗਲਤ ਕਹਤਾ ਮੈਂ, ਚਲੋ। ਪਰ ਜਿਹੜੀ ਲੋਕਾਂ ਨੂੰ ਇੱਥੇ ਰਹਿਣ ਦਾ ਜਿਹੜਾ ਉਹਨਾਂ ਨੂੰ ਸੁੱਖ ਸਹੂਲਤ ਹੈ, ਮੇਰਾ ਖਿਆਲ ਹੈ ਵੀ ਉਹ ਮੇ ਬੀ ਇਸ ਕਰਕੇ ਇੱਕ ਤਾਂ ਜੋਬ ਅਪੋਰਚੁਨਿਟੀਜ਼ ਵਾਲੀ ਗੱਲ ਹੋ ਗਈ, ਇੱਕ ਹੋ ਗਈ ਕਿ ਆਪਾਂ ਨੂੰ ਯੈਸ ਆਪਾਂ ਨੂੰ ਲੱਗਦਾ ਕਿ ਜਿੱਥੇ ਆਪਣੀ ਕਮਿਊਨਿਟੀ ਹੈਗੀ ਆਪਾਂ ਉੱਥੇ ਆ ਜਾਈਏ, ਤਾਂ ਓਬਵੀਅਸਲੀ ਉਹ ਵੀ ਇੱਕ ਰੀਜ਼ਨ ਹੈਗਾ। ਬਟ ਦੈਨ ਯੈਸ ਧੀਰੇ ਸਲੋਲੀ ਆਪਣੇ परसेप्शन चेंज करनी पड़ेगी पहले लोगों की कि येस वी हैव सम एरियाज़ जो बहुत ब्यूटीफुल, बहुत अच्छे एरियाज़ हैं, वहाँ भी जाएँ, इंटीरियर्स में जाएँ। ये एक परसेप्शन का ही मामला है, मैं कहूँगा। ऐसा नहीं है कि हम परसेप्शन को चेंज करेंगे तो चेंजेस आएंगे, बट स्लोली एंड स्टेडली आएंगे। ਨਿਤਿਨ ਚੱਡਾ ਜੀ, ਬਹੁਤ ਬਹੁਤ ਮਿਹਰਬਾਨੀ। ਤੁਹਾਡੀ ਟੈਲੀਫੋਨ ਨੰਬਰ ਕੀ ਹੈ? 778-917-3375। ਨਿਤਿਨ ਚੱਡਾ, ਕਨੈਕਟ ਟੂ ਫਲਾਈ ਇਮੀਗ੍ਰੇਸ਼ਨ। 778-917-3375 ਇਹਨਾਂ ਦਾ ਟੈਲੀਫੋਨ ਨੰਬਰ ਹੈ। 778-917-3375
75 ਤੇ ਤੁਸੀਂ ਇਹਨਾਂ ਨੂੰ ਫੋਨ ਕਰ ਸਕਦੇ ਹੋ। ਦਫ਼ਤਰ ਕਿੱਥੇ ਹੈ ਤੁਹਾਡਾ ਜੀ? ਸਰ ਜੀ ਬਿਲਕੁਲ ਪਿਕਸ ਦੀ ਬਿਲਡਿੰਗ ਹੈਗੀ ਹੈ 128 ਤੇ 80 ਦੇ, ਉਹਦਾ 204 ਨੰਬਰ ਹੈਗਾ ਜੀ ਆਪਣਾ ਆਫਿਸ ਦਾ 12725 ਉਸ ਬਿਲਡਿੰਗ ਦੇ ਵਿੱਚ ਹੀ? ਹਾਂਜੀ ਹਾਂਜੀ। ਅੱਛਾ ਨਿਤਿਨ ਚੱਡਾ ਜੀ, ਬਹੁਤ ਬਹੁਤ ਮਿਹਰਬਾਨੀ ਤੁਹਾਡੀ, ਬਹੁਤ ਸ਼ੁਕਰੀਆ ਥੈਂਕ ਯੂ ਟਾਈਮ ਦੇਣ ਲਈ ਤੇ ਜਾਣਕਾਰੀ ਤੁਹਾਡਾ ਵੀ ਥੈਂਕ ਯੂ, ਤੁਹਾਡੇ ਸ਼ੋਤਾ ਦਾ ਵੀ ਥੈਂਕ ਯੂ ਸੁਣਨ ਵਾਸਤੇ, ਥੈਂਕ ਯੂ। ਥੈਂਕ ਯੂ ਜੀ।